ਤੋਂ ਜਿੱਦਾਂ ਹੀ ਕੋਡ ਲੱਗਿਆ ਤੇ ਸਾਡੀ ਆਲਮੋਸਟ ਹਰੇਕ ਜਿਹੜੀ 9 ਅਸੈਂਬਲੀ ਕਨਸਟੀਟੂਐਂਸੀ ਨੇ ਉਹਦੇ ਵਿੱਚ ਉਹਨਾਂ ਨਾਲ ਕੰਮ ਕਰਕੇ ਡਿਫੇਸਮੈਂਟ ਦੀ ਰਿਮੂਵਲ ਚੱਲ ਰਹੀ ਹੈ। तो 48 घंटे ਦੇ ਵਿੱਚ ਪਬਲਿਕ ਪਲੇਸਿਸ ਹੈ ਐਂਡ 72 ਪੋਲੀਟੀਕਲ ਪਾਰਟੀਆਂ ਨੂੰ ਵੀ ਕਿਹਾ ਹੈ ਕਿ ਜਦੋਂ ਵੀ ਅੱਗੇ ਕੋਈ ਕਿਸੇ ਕੈਂਡੀਡੇਟ ਦੇ ਫੇਵਰ ਦੇ ਵਿੱਚ ਕੋਈ ਪੋਸਟਰ ਲੱਗਦੇ ਨੇ ਤੇ ਉੱਥੇ ਵੀ ਸ਼ੌਪਕੀਪਰ ਦੀ ਇਸ ਆਫੀਸ਼ੀਅਲ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਸਾਰੇ ਮੀਡੀਆ ਤੋਂ ਆਏ ਸਾਥੀਆਂ ਦਾ ਸਵਾਗਤ ਕਰਦਾ। ਕੱਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਲਈ ਐਂਡ ਬਾਕੀ 5 ਹੋਰ ਜਿਹੜੇ ਟੋਟਲ ਸਟੇਟਸ ਲਈ ਚੋਣਾਂ ਦਾ ਆਗਾਜ਼ ਕਰ ਦਿੱਤਾ ਗਿਆ। ਸੋ ਸਾਡਾ ਆਫੀਸ਼ੀਅਲ ਪ੍ਰੋਸੈਸ ਚਾਲੂ ਹੋ ਗਿਆ। ਅੱਜ ਇਸ ਪ੍ਰੈਸ ਕਾਨਫਰੰਸ ਤੋਂ ਇਮੀਡੀਏਟਲੀ ਪਹਿਲਾਂ ਅਸੀਂ ਸਾਰੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ, ਲਿਕਰ ਕੰਟਰੈਕਟਰਸ ਦੇ ਨਾਲ, ਬੈਂਕਰਸ ਦੇ ਨਾਲ, ਪ੍ਰਿੰਟਰਸ ਐਂਡ ਪਬਲਿਸ਼ਰਸ ਦੇ ਨਾਲ ਜਿਹੜੀ ਵੀ ਮੈਂਡੇਟਰੀ ਮੀਟਿੰਗ ਕਰਨੀ ਹੁੰਦੀ ਉਹ ਕਨਕਲੂਡ ਕਰ ਚੁੱਕੇ ਹਾਂ। ਜਿਹੜਾ ਪੰਜਾਬ ਲਈ ਸ਼ੈਡਿਊਲ ਹੈ ਉਹਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਹੈ ਉਹ 21 ਜਨਵਰੀ ਨੂੰ ਕੀਤਾ ਜਾਊਗਾ। ਸੋ ਜਿਹੜਾ ਨਾਮਜ਼ਦਗੀ ਦਾ ਪ੍ਰੋਸੈਸ ਹੈ 21 ਜਨਵਰੀ ਤੋਂ ਚਾਲੂ ਹੋ ਕੇ ਇਹ 28 ਜਨਵਰੀ ਤੱਕ ਜਿਹੜਾ ਹੈ ਨੋਮੀਨੇਸ਼ਨ ਦਾ ਪ੍ਰੋਸੈਸ ਚੱਲੂਗਾ ਸਾਰੇ ਕੈਂਡੀਡੇਟਸ ਲਈ। ਸਕਰੂਟਨੀ ਦਾ ਜਿਹੜਾ ਦਿਨ ਹੈ ਉਹ 29 ਜਨਵਰੀ ਨੂੰ ਸਾਰੇ ਨੋਮੀਨੇਸ਼ਨ ਫਾਰਮਸ ਦੀ ਸਕਰੂਟਨੀ ਕੀਤੀ ਜਾਊਗੀ। ਵਿਦਡਰਾਅਲ ਦੀ ਮਿਤੀ ਜਿਹੜੀ ਹੈਗੀ ਹੈ ਉਹ 31 ਜਨਵਰੀ ਤੱਕ ਵਿਦਡਰਾਅਲ ਲਾਸਟ ਡੇਟ ਆਫ ਵਿਦਡਰਾਅਲ ਹੈ ਤੇ ਜਿਹੜਾ 14 ਫਰਵਰੀ ਨੂੰ ਹੈ ਇੱਥੇ ਚੋਣਾਂ ਹੋਣਗੀਆਂ ਤੇ ਕਾਊਂਟਿੰਗ ਦੀ ਜਿਹੜੀ ਮਿਤੀ ਹੈ ਉਹ 10 ਮਾਰਚ ਨਿਸ਼ਚਿਤ ਕੀਤੀ ਗਈ ਹੈ। ਸੋ ਜਿਹੜਾ ਜਲੰਧਰ ਡਿਸਟ੍ਰਿਕਟ ਨੂੰ ਲੈ ਕੇ ਬੇਸਿਕ ਡੇਟਾ ਮੈਂ ਕੁਝ ਸ਼ੇਅਰ ਕਰਨਾ ਚਾਹਾਂਗਾ। ਸਾਡਾ ਜਿਹੜਾ ਡਰਾਫਟ ਪਬਲਿਕੇਸ਼ਨ ਤੋਂ ਬਾਅਦ ਸਮਰੀ ਰਿਵੀਜ਼ਨ ਚੱਲਦਾ ਰਿਹਾ, ਉਸ ਤੋਂ ਬਾਅਦ ਜਿਹੜਾ ਫਾਈਨਲ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਹੋਈ ਹੈ 5 ਜਨਵਰੀ ਨੂੰ, ਉਹਦੇ ਵਿੱਚ ਜਲੰਧਰ ਡਿਸਟ੍ਰਿਕਟ ਦੇ ਵਿੱਚ 16,50,867 ਟੋਟਲ ਇਲੈਕਟਰਸ ਨੇ, ਜਿਹਦੇ ਵਿੱਚੋਂ ਮੇਲ ਇਲੈਕਟਰ 8,58,000 ਮੇਲ ਇਲੈਕਟਰਸ ਨੇ ਐਂਡ 7,92,000 ਫੀਮੇਲ ਇਲੈਕਟਰਸ ਨੇ ਤੇ ਟੋਟਲ 16,50,000 ਸਾਡੇ ਇਲੈਕਟਰਸ ਹੋਣਗੇ। ਸਰਵਿਸ ਇਲੈਕਟਰਸ ਜਿਹੜੇ ਹੈ ਡਿਸਟ੍ਰਿਕਟ ਜਲੰਧਰ ਦੇ ਵਿੱਚ 1881 ਸਰਵਿਸ ਇਲੈਕਟਰਸ ਨੇ ਤੇ ਜਿਹੜੇ ਸਾਡੇ 80+ ਸੀਨੀਅਰ ਸਿਟੀਜ਼ਨ ਇਲੈਕਟਰ ਜਿਹੜੇ ਵੋਟਰ ਸੂਚੀਆਂ ਦੇ ਵਿੱਚ ਹੈਗੇ ਉਹ 45,610 ਸਾਡੇ 80+ ਇਲੈਕਟਰਸ ਨੇ ਐਂਡ ਜਿਹੜੇ ਦਿਵਿਆਂਗ ਜਾਂ PWD ਇਲੈਕਟਰ 11,692 ਜਿਹੜੇ ਦਿਵਿਆਂਗ ਇਲੈਕਟਰਸ ਨੇ। ਟੋਟਲ ਸਾਡੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਬੂਥ ਹੈ ਰੈਸ਼ਨਲਾਈਜੇਸ਼ਨ ਤੋਂ ਬਾਅਦ ਪਹਿਲਾਂ 1866 ਬੂਥ ਸੀਗੇ, ਇਸ ਵਾਰ ਜਿਹੜਾ ਕੋਵਿਡ ਦੇ ਨੋਰਮ ਚੱਲਦੇ 1250 ਦੀ ਲਿਮਿਟ ਜਿਹੜੀ ਚੋਣ ਕਮਿਸ਼ਨ ਨੂੰ ਨੇ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਰੱਖੀ ਹੈ ਉਹਦੇ ਕਰਕੇ ਸਾਡੇ 108 ਬੂਥ ਵਧੇ ਨੇ। ਹੁਣ ਸਾਡੇ 1974 ਜਿਹੜੇ ਹੈਗੇ ਟੋਟਲ ਬੂਥਸ ਹੈਗੇ। ਇਸ ਤੋਂ ਇਲਾਵਾ 17 ਆਕਸੀਲਰੀ ਪੋਲਿੰਗ ਬੂਥ ਵੀ ਕ੍ਰੀਏਟ ਕੀਤੇ ਜਾਣਗੇ ਜਿੱਥੇ ਸਾਨੂੰ ਹੋਰ ਐਡੀਸ਼ਨ ਤੋਂ ਬਾਅਦ ਇਹ ਲੱਗ ਰਿਹਾ ਹੈ ਵੀ ਵੋਟਰ ਵੱਧ ਜਾਣਗੇ। ਸੋ ਇਮੀਡੀਏਟਲੀ ਹੁਣ ਜਦੋਂ ਕਿਉਂਕਿ ਇਲੈਕਸ਼ਨ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਤਾਂ ਮਾਡਲ ਕੋਡ ਆਫ ਕੰਡਕਟ ਵੋਗ ਦੇ ਵਿੱਚ ਆ ਗਿਆ। ਅਸੀਂ ਸਾਰੇ ਪੋਲੀਟੀਕਲ ਪਾਰਟੀਆਂ ਤੇ ਬਾਕੀ ਆਫੀਸ਼ੀਅਲਸ ਨੂੰ ਵੀ ਕਨਵੇ ਕੀਤਾ। ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਜਿੱਦਾਂ ਹੀ ਚੋਣ ਜ਼ਾਬਤਾ ਲੱਗ ਜਾਂਦਾ ਹੈ ਤਾਂ ਵਿਦਿਨ 24 ਆਵਰ ਸਾਰੇ ਗਵਰਨਮੈਂਟ ਆਫਿਸਸ ਦੇ ਵਿੱਚ ਕੰਪਲਾਇੰਸ ਦੇ ਲਈ 24 ਘੰਟੇ ਮਿਲਦੇ ਨੇ ਵੀ ਸਾਰੇ ਪਬਲਿਕ ਆਫਿਸਸ ਚੋਂ ਜਿੰਨੇ ਵੀ ਪੋਲੀਟੀਕਲ ਪਾਰਟੀ ਦੇ ਕੋਈ ਹੋਰ ਫੋਟੋਆਂ ਵਗੈਰਾ ਹੈ ਉਹਨਾਂ ਨੂੰ ਰਿਮੂਵ ਕਰ ਲਿਆ ਜਾਵੇ। ਇਸ ਤੋਂ ਇਲਾਵਾ 48 ਘੰਟੇ ਦਾ ਟਾਈਮ ਹੁੰਦਾ ਪਬਲਿਕ ਪਲੇਸਿਸ ਜਿੱਦਾਂ ਕਿ ਫਲਾਈਓਵਰ ਹੋਰ ਸੜਕਾਂ ਇਹਨਾਂ ਤੋਂ ਡਿਫੇਸਮੈਂਟ ਰਿਮੂਵਲ ਦਾ। ਕੱਲ ਤੋਂ ਜਿੱਦਾਂ ਹੀ ਇਹ ਕੋਡ ਲੱਗਿਆ ਤੇ ਸਾਡੀ ਆਲਮੋਸਟ ਹਰੇਕ ਜਿਹੜੀ 9 ਅਸੈਂਬਲੀ ਕਨਸਟੀਟੂਐਂਸੀ ਨੇ ਉਹਦੇ ਵਿੱਚ 9 ਫਲਾਈਂਗ ਸਕੁਆਡ ਐਕਟ ਕਰ ਰਹੇ ਨੇ। ਉਹ ਫਲਾਈਂਗ ਸਕੁਆਡ ਜਾ ਕੇ ਜਿਹੜੇ ਵੀ ਆਫੀਸ਼ੀਅਲਸ ਹੈ ਉਹਨਾਂ ਨਾਲ ਕੰਮ ਕਰਕੇ ਡਿਫੇਸਮੈਂਟ ਦੀ ਰਿਮੂਵਲ ਚੱਲ ਰਹੀ ਹੈ। ਸੋ 48 ਘੰਟੇ ਦੇ ਵਿੱਚ ਪਬਲਿਕ ਪਲੇਸਿਸ ਦਾ ਐਂਡ 72 ਆਵਰਸ ਕੰਪਲਾਇੰਸ ਜਿਹੜੀ ਹੈਗੀ ਉਹ ਹੁੰਦੀ ਹੈ ਬਾਕੀ ਸਾਰੇ ਪ੍ਰਾਈਵੇਟ ਸਪੇਸਿਸ ਦੀ। ਇਹਦੇ ਵਿੱਚ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਵੀ ਕਿਹਾ ਕਿ ਜਦੋਂ ਵੀ ਅੱਗੇ ਕੋਈ ਕਿਸੇ ਕੈਂਡੀਡੇਟ ਦੇ ਫੇਵਰ ਦੇ ਵਿੱਚ ਕੋਈ ਪੋਸਟਰ ਲੱਗਦੇ ਨੇ ਤੇ ਉੱਥੇ ਵੀ ਸ਼ੌਪਕੀਪਰ ਦੀ ਪਰਮਿਸ਼ਨ ਦੀ ਲੋੜ ਹੁੰਦੀ ਹੈ ਜਾਂ ਕਿਸੇ ਵੀ ਦੁਕਾਨ ਜਾਂ ਇੰਡੀਵਿਜੂਅਲ ਓਨਰ ਦੀ ਉਹ ਵੀ ਕੰਪਲਾਈ ਕਰਨ, ਇੱਕ ਕਾਪੀ ਆਰਓਜ਼ ਨੂੰ ਦੇਣ ਤੇ ਆ ਸੇਮ ਚੀਜ਼ ਜਿਹੜੇ ਸਾਡੇ ਫਲਾਈਂਗ ਸਕੁਆਡ ਹੈ ਉਹ ਵੀ ਉਹਦੇ ਲਈ ਕਰਨਗੇ। ਤੇ ਉਸ ਤੋਂ ਇਲਾਵਾ ਜਿਹੜੇ ਕਿਉਂਕਿ ਕੋਡ ਆਫ ਕੰਡਕਟ ਲੱਗ ਚੁੱਕਾ ਹੈ ਤੇ ਇਹਦੇ ਵਿੱਚ ਜਿੰਨੇ ਵੀ ਕੋਈ ਟ੍ਰੈਜਰੀ ਚੋਂ ਬਿੱਲ ਵਗੈਰਾ ਨਹੀਂ ਹੋਏ ਖਰਚੇ ਸੰਬੰਧੀ ਵਿਡਰਾਅ ਉਹ ਸਾਰਿਆਂ ਦੇ ਉੱਤੇ ਰੋਕ ਲੱਗ ਜੀ ਹੈ। ਜਿਹੜਾ ਪੈਸਾ ਵਿਡਰਾਅ ਹੋ ਚੁੱਕਾ ਹੈ ਚੱਲਦੇ ਕੰਮਾਂ ਲਈ ਉਹੀ ਹੈ, ਹੁਣ ਚੱਲਦੇ ਕੰਮ ਹੀ ਚੱਲਣਗੇ, ਕੋਈ ਵੀ ਨਵਾਂ ਕੰਮ ਜਿਹੜਾ ਹੈ ਉਹ ਚਾਲੂ ਨਹੀਂ ਕੀਤਾ ਜਾ ਸਕਦਾ। ਸੋ ਇਸ ਵਾਰ ਜਿਹੜੀ ਨਵੀਂ ਚੀਜ਼ ਇਲੈਕਸ਼ਨ ਕਮਿਸ਼ਨ ਨੇ ਇਹ ਕੀਤੀ ਹੈ ਕਿ ਜਿੰਨੇ ਵੀ ਸਾਡੇ 80+ ਇਲੈਕਟਰਸ ਨੇ ਤੇ ਜਿੰਨੇ ਦਿਵਿਆਂਗ ਇਲੈਕਟਰਸ ਨੇ ਇਹਨਾਂ ਨੂੰ ਆਪਸ਼ਨ ਦਿੱਤੀ ਜਾਊਗੀ ਵੀ ਇਹ ਆਪਣੇ
ਜਾके ਪੋਸਟਲ ਬੈਲਟ ਦੀ ਵੀ ਇਹਨਾਂ ਨੂੰ ਆਪਸ਼ਨ ਦਿੱਤੀ ਜਾਊਗੀ। ਇਹ ਆਪਸ਼ਨ ਕਦੇ ਪਹਿਲਾਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਸੀਗੀ। ਸੋ ਇਹਦੇ ਵਿੱਚ ਜਿਹੜੇ ਵੀ ਸਾਡੇ ਸੀਨੀਅਰ ਸਿਟੀਜ਼ਨ, ਕਿਉਂਕਿ ਇਹ ਕਾਫੀ ਵੱਡਾ ਨੰਬਰ ਹੈ, 45,000 ਸਾਡੇ ਸੀਨੀਅਰ ਸਿਟੀਜ਼ਨ ਜਿਹੜੇ 80+ ਨੇ, ਉਹਨਾਂ ਨੂੰ ਆਪਸ਼ਨ ਦਿੱਤੀ ਜਾਊਗੀ ਵੀ ਇਹ ਪੋਸਟਲ ਬੈਲਟ ਦਾ ਫਾਰਮ ਭਰ ਸਕਦੇ ਨੇ ਜੇਕਰ ਇਹ ਚਾਹੁੰਦੇ ਨੇ। ਜੇਕਰ ਇਹ ਚਾਹੁੰਦੇ ਵੀ ਮੈਂ ਬੂਥ ਤੇ ਆ ਕੇ ਵੋਟ ਕਰਨਾ ਤਾਂ ਬੂਥ ਤੇ ਆ ਕੇ ਵੋਟ ਕਰਨਗੇ, ਅਦਰਵਾਈਜ਼ ਇਹਨਾਂ ਨੂੰ ਇਹ ਆਪਸ਼ਨ ਦਿੱਤੀ ਜਾਊਗੀ ਆਰਓ ਵੱਲੋਂ ਕਿ ਇਹ ਆਪਣਾ ਫਾਰਮ 12D ਭਰ ਦੇਣ। ਤੇ ਉਸ ਤੋਂ ਬਾਅਦ ਇੱਕ ਸਾਡੀ ਟੀਮ ਜਿੱਦਾਂ ਕਿ ਜਿਸ ਦੇ ਵਿੱਚ ਪ੍ਰੀਸਾਈਡਿੰਗ ਆਫੀਸਰ ਜਿੱਦਾਂ ਪੋਲਿੰਗ ਬੂਥ ਤੇ ਇਲੈਕਸ਼ਨ ਕਰਾਉਂਦਾ, ਉਸੇ ਰੈਂਕ ਦੇ 2 ਅਫੀਸ਼ੀਅਲ ਇਹਨਾਂ ਦੇ ਘਰ ਜਾਣਗੇ। ਇੱਕ ਪੁਲਿਸ ਦਾ ਅਫੀਸ਼ੀਅਲ ਜਾਏਗਾ, ਇੱਕ ਵੀਡੀਓਗ੍ਰਾਫਰ ਜਾਏਗਾ। ਇਹ ਸਾਰਾ ਬੈਲਟ ਸਕਰੀਨ ਵਗੈਰਾ ਲੈ ਕੇ ਜਾਣਗੇ ਤੇ ਉਹਨਾਂ ਦੇ ਘਰ ਹੀ ਜਿਹੜਾ ਹੈਗਾ ਵੋਟ ਕਾਸਟ ਕਰਨ ਦੀ ਆਪਸ਼ਨ ਦਿੱਤੀ ਜਾਊਗੀ। ਜਿਹਦਾ ਸ਼ੈਡਿਊਲ ਹੈ ਉਹ ਪੋਲੀਟੀਕਲ ਪਾਰਟੀਆਂ ਨੂੰ ਵੀ ਦਿੱਤਾ ਜਾਊਗਾ ਵੀ ਉਹ ਵੀ ਆਪਣੇ ਕੋਈ ਏਜੰਟ ਭੇਜ ਸਕਦੇ ਨੇ ਉਸ ਰੂਟ ਤੇ ਦੇਖਣ ਲਈ ਵੀ ਹਾਂਜੀ ਇਹ ਪ੍ਰੋਪਰ ਤਰੀਕੇ ਨਾਲ ਇਹ ਪ੍ਰੋਸੈਸ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਕੋਵਿਡ ਰੈਸਟ੍ਰਿਕਸ਼ਨਸ ਨੂੰ ਦੇਖਦੇ ਹੋਏ ਤੁਸੀਂ ਦੇਖਿਆ ਵੀ ਇਸ 15 ਤਰੀਕ ਤੱਕ ਕੋਈ ਵੀ ਰੈਲੀਜ਼ ਪ੍ਰੋਸੈਸ਼ਨ ਸਾਰਿਆਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬੈਨ ਕਰ ਦਿੱਤਾ ਹੈ। ਇਸ ਤੋਂ ਇਲਾਵਾ 15 ਤਰੀਕ ਤੋਂ ਬਾਅਦ ਜਿਹੜਾ ਕੋਈ ਕੀ ਅਲਾਉ ਕਰਨਗੇ ਉਹ ਡਿਪੈਂਡ ਕਰੂਗਾ ਇੱਕ ਤਾਂ ECI ਤੋਂ ਬਾਅਦ, ਐਂਡ ਜਿਹੜੀ ਅਲਾਉ ਕਰਨਗੇ ਉਹ ਵੀ ਜਿਹੜੀ ਪ੍ਰੋਸੈਸ਼ਨ ਦੀ ਲਿਮਿਟ ਉਹੀ ਲਿਮਿਟ ਰਹੇਗੀ ਜਿਹੜਾ ਕਿ ਉਸ ਟਾਈਮ ਦੇ ਵਿੱਚ ਹੋਮ ਡਿਪਾਰਟਮੈਂਟ ਦਾ ਆਰਡਰ ਸਟੈਂਡ ਕਰੇਗਾ। ਇਸ ਟਾਈਮ ਜਿਹੜੀ ਕਰੰਟ ਲਿਮਿਟ ਹੈ ਸਾਡੀ 600 ਦੀ ਆਊਟਡੋਰ ਲਿਮਿਟ ਹੈ ਜਿਹੜਾ ਕਿ ਹੋਮ ਡਿਪਾਰਟਮੈਂਟ ਦੇ ਵਿੱਚ ਸਟੈਂਡ ਕਰਦਾ ਹੈ। ਸੋ ਅੱਗੇ 15 ਤੋਂ ਬਾਅਦ ਜੇਕਰ ਇਹ ਰਿਵਾਈਜ਼ ਕਰਦਾ ਹੈ ਇਹ ਦੇਖਿਆ ਜਾਊਗਾ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਕੀ ਹਦਾਇਤਾਂ ਨੇ ਉਸ ਦੇ ਬਾਰੇ। ਇਸ ਟਾਈਮ ਸਿਰਫ ਡੋਰ ਟੂ ਡੋਰ ਕੈਂਪੇਨ ਚੱਲ ਸਕਦਾ ਹੈ ਕੈਂਡੀਡੇਟਸ ਵੱਲੋਂ ਤੇ ਉਹਦੇ ਵੀ ਜਿਹੜੀ ਲਿਮਿਟ ਹੈ 5 ਦੀ ਹੀ ਲਿਮਿਟ ਰੱਖੀ ਗਈ, ਉਸ ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ। ਬਾਕੀ ਜਿਹੜਾ ਸਾਡੀ ਤਿਆਰੀਆਂ ਹੈ ਇਲੈਕਸ਼ਨਾਂ ਨੂੰ ਲੈ ਕੇ ਉਹ ਸਾਰੀ ਟੀਮਸ ਕਨਸਟੀਟਿਊਟ ਹੋ ਗਈਆਂ ਨੇ। ਅੱਜ ਦੀ ਡੇਟ 'ਚੋਂ ਜਿੱਦਾਂ ਹੀ ਇਲੈਕਸ਼ਨ ਅਨਾਉਂਸ ਹੋ ਜਾਂਦਾ ਹੈ ਫਲਾਈਂਗ ਸਕੁਆਡ ਆਪਰੇਸ਼ਨਲ ਹੋ ਜਾਂਦੇ ਨੇ ਤੇ ਜਦੋਂ 21 ਤਰੀਕ ਤੋਂ ਨੋਟੀਫਿਕੇਸ਼ਨ ਹੋਣੀ ਹੈ ਉਸ ਟਾਈਮ ਤੋਂ ਸਟੈਟਿਕ ਸਰਵੇਲੈਂਸ ਟੀਮਾਂ ਸਾਰੇ ਅਸੈਂਬਲੀ ਕਨਸਟੀਟੂਐਂਸੀ ਦੇ ਵਿੱਚ ਆਪਰੇਸ਼ਨਲ ਹੋ ਜਾਣਗੀਆਂ, ਜਿਹੜੀ ਨਾਕਾਬੰਦੀ ਕਰਕੇ ਸਾਰੇ ਥਾਂ ਤੇ ਵਹੀਕਲਸ ਦੀ ਚੈਕਿੰਗ ਹੋਏਗੀ। ਕੋਈ ਵੀ ਸਸਪੀਸ਼ੀਅਸ ਟ੍ਰਾਂਜੈਕਸ਼ਨ ਕੋਈ ਹੋਰ ਮੂਵਮੈਂਟ ਸਾਰਿਆਂ ਦੇ ਉੱਤੇ ਬੜੀ ਨਜ਼ਰ ਰੱਖੀ ਜਾਏਗੀ। ਸਾਡੀ ਲਗਭਗ 1160 ਲੋਕੇਸ਼ਨਾਂ ਦੇ ਉੱਤੇ ਸਾਰੇ ਥਾਂ ਤੇ ਮਾਈਕਰੋ ਆਬਜ਼ਰਵਰ ਵੀ ਐਡੀਸ਼ਨਲ ਅਸੀਂ ਡਿਪਲੋਇਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਕੋਲ ਸਫੀਸ਼ੀਐਂਟ ਸਟਾਫ ਹੈ। ਸੋ ਸੈਂਟਰਲ ਗਵਰਨਮੈਂਟ ਦੇ ਜਿਹੜੇ ਐਮਪਲੋਈਜ਼ ਹੁੰਦੇ ਨੇ ਉਹਨਾਂ ਨੂੰ ਸਾਡੀ ਇਹ ਪਲੈਨਿੰਗ ਹੈ ਵੀ ਸਾਰੇ ਪੋਲਿੰਗ ਸਟੇਸ਼ਨ ਲੋਕੇਸ਼ਨ ਦੇ ਉੱਤੇ ਅਪਾਰਟ ਫਰੋਮ ਜਿਹੜੀ ਪੋਲਿੰਗ ਟੀਮ ਚੋਣ ਕਰਾਉਂਦੀ ਹੈ ਅਸੀਂ ਗਵਰਨਮੈਂਟ ਆਫ ਇੰਡੀਆ ਦੇ ਮਾਈਕਰੋ ਆਬਜ਼ਰਵਰ ਵੀ 100% ਲੋਕੇਸ਼ਨ ਤੇ ਡਿਪਲੋਏ ਕੀਤੇ ਜਾਣ। ਇਸ ਟਾਈਮ ਜਿਹੜੇ ਸਾਡੇ ਵਲਨਰੇਬਲ ਪੋਲਿੰਗ ਸਟੇਸ਼ਨ ਹੈ ਉਹ ਐਕਸਰਸਾਈਜ਼ ਚੱਲ ਰਹੀ ਹੈ। ਲਗਭਗ 480 ਜਿਹੜੇ ਹੈਗੇ ਇਸ ਟਾਈਮ ਵਲਨਰੇਬਲ ਪੋਲਿੰਗ ਸਟੇਸ਼ਨ ਹੈਗੇ ਐਂਡ 259 ਲੋਕੇਸ਼ਨ। ਇਹ ਥੋੜੀ ਡਾਇਨਾਮਿਕ ਐਕਸਰਸਾਈਜ਼ ਹੈ। ਅੱਗੇ ਜਿਹੜੇ ਸਾਡੇ ਜਨਰਲ ਆਬਜ਼ਰਵਰ ਪੁਲਿਸ ਆਬਜ਼ਰਵਰ ਬਾਹਰ ਤੋਂ ਆਣਗੇ ਉਹਨਾਂ ਨਾਲ ਡਿਸਕਸ ਕਰਕੇ ਇਹ ਵਲਨਰੇਬਿਲਿਟੀ ਦੀ ਜਿਹੜੀ ਹੈਗੀ ਐਕਸਰਸਾਈਜ਼ ਫਾਈਨਲ ਕੀਤੀ ਜਾਊਗੀ ਜਿੱਥੇ ਕਿ ਐਡੀਸ਼ਨਲ ਪੈਰਾਮਿਲਟਰੀ ਫੋਰਸ ਡਿਪਲੋਏ ਕੀਤੀ ਜਾਣੀ ਹੈ। ਬਾਕੀ ਇਸ ਟਾਈਮ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਨੇ ਸਾਨੂੰ ਐਕਸਪੈਕਟਡ ਹੈ ਵੀ ਲਗਭਗ 50% ਬੂਥ ਐਂਡ ਐਟਲੀਸਟ ਕਵਰਿੰਗ ਜਿੰਨੇ ਵੀ ਸਾਨੂੰ ਲੱਗਦਾ ਵਲਨਰੇਬਲ ਜਾਂ ਕ੍ਰਿਟੀਕਲ ਪੋਲਿੰਗ ਸਟੇਸ਼ਨ ਨੇ ਸਾਰੇ ਦੇ ਉੱਤੇ ਪੂਰੀ ਵੀਡੀਓਗ੍ਰਾਫੀ ਕੀਤੀ ਜਾਊਗੀ ਫਰੋਮ ਸਟਾਰਟ ਟਿਲ ਐਂਡ ਆਫ ਪ੍ਰੋਸੈਸ। ਸੋ ਬ੍ਰੌਡਲੀ ਇਹ ਹਦਾਇਤਾਂ ਨੇ ਐਂਡ ਕਾਫੀ ਅਸੀਂ ਪੈਰਾਮਿਲਟਰੀ ਫੋਰਸ ਦੀ ਵੀ ਡਿਮਾਂਡ ਕੀਤੀ ਹੈ। 29 ਕੰਪਨੀਆਂ ਦਾ ਕੱਲੀ ਕਮਿਸ਼ਨਰੇਟ ਏਰੀਆ ਦੇ ਵਿੱਚ ਪੈਰਾਮਿਲਟਰੀ ਫੋਰਸ ਦੀ। ਸੋ ਡਿਪੈਂਡਿੰਗ ਅਪਨ ਕਿੰਨੀ ਸਾਨੂੰ ਪੈਰਾਮਿਲਟਰੀ ਫੋਰਸ ਬਾਹਰ ਤੋਂ ਅਵੇਲੇਬਲ ਹੁੰਦੀ ਹੈ ਅਸੀਂ ਉਸ ਅਕੋਰਡਿੰਗਲੀ ਇਹ ਇਨਸ਼ੋਰ ਕਰਾਵਾਂਗੇ ਵੀ ਸਾਰੇ ਪੋਲਿੰਗ ਬੂਥ ਦੇ ਉੱਤੇ ਇਹ ਡਿਪਲੋਇਮੈਂਟ ਹੋਵੇ। ਸੋ ਇਹ ਬ੍ਰੌਡ ਜਿਹੜਾ ਹੈਗਾ ਪ੍ਰੋਸੈਸ ਹੈਗਾ।